संहारा जस अदेख तस राख विचारा। जो दिखता है वो बिनसनहार है। शरीर देहां सब बिनसनहारियां ने। पेड़ पौधों के शरीर जानवरों के शरीर सब बिनसनहारे ने। माया है जो दिसे सब माया। और जिहड़ा नहीं दींदा वो आत्मा विच। जो नहीं दिसदा सानू जिहड़ी आत्मा है ਉਹਦੀ विचार कर। जस अदेख तस राख विचारा। ਉਹਦੇ ਤੇ ਵਿਚਾਰ ਸੂਈ ਰੱਖ ਵਿਚਾਰ ਦੀ ਜਿਹੜੀ ਅਦੇਖ ਹੈ ਜਿਹੜਾ ਦੀਦਾ ਨਹੀਂ ਅੱਖਾਂ ਨਾਲ। ਸੂਈ ਜਦ ਗੁਰਬਾਣੀ ਸਮਝਣੀ ਹੈ ਪੜ੍ਹਨੀ ਹੈ ਸੂਈ ਅਦੇਖ ਤੇ ਰੱਖਣੀ ਹੈ ਦੇਖ ਤੇ ਨਹੀਂ ਰੱਖਣੀ। ਵਿਚਾਰ ਵਾਲੀ ਸੂਈ ਰੱਖਣੀ ਹੈ ਅਦੇਖ ਤੇ ਜੋ ਦੀਦਾ ਨਹੀਂ ਹੈ। ਅਸੀਂ ਸੂਈ ਨੂੰ ਦੇਖ ਤੇ ਰੱਖਦੇ ਹਾਂ ਦੇਖ ਤੇ ਰੱਖਣੀ ਨਹੀਂ ਹੁੰਦੀ। जो दीदा नहीं सूई उत्थे रखीए किवें? सूई तो जो चीज़ दीदी उस ते रखांगे। जो चीज़ दीदी नहीं सूई उत्थे रखीए किवें? फिर भी आत्मा है सब दे विच। जानो जोत न पूछो जाती। किसे दे विच ज्ञान कितना है, उसदी सोच कैसी है, घटिया है वधिया है, ਉਹਦੇ ते सूई रखो। ਇਹ ਨਾ ਦੇਖੋ ਵੀ ਇਹਦਾ ਜਨਮ ਸੋਢੀਆਂ ਦਾ ਕਿ ਜਨਮ ਹਰੀਜਨਾਂ ਦਾ। ਸੋਢੀਆਂ ਦੇ ਜਨਮ ਨੂੰ ਲੈ ਕੇ ਰਾਮ ਰਾਏ ਬਣ ਜਾਂਦਾ। ਔਰ ਚਮਾਰਾਂ ਦੇ ਜਨਮ ਲੈ ਕੇ ਗੁਰੂ ਤੇਗ ਬਹਾਦਰ ਦਾ ਸੀਸ ਲੈ ਕੇ ਆਉਂਦਾ। ਉਹ ਦੋਹਾਂ ਦਾ ਫਰਕ ਸਮਝ ਲਓ ਕੀ ਹੈ। ਬਸ ਗੱਲ ਆਤਮਾ ਦੀ ਹੈ। ਰੰਗਰੇਟੇ ਦਾ ਗੁਰੂ ਕੇ ਬੇਟੇ ਨੇ। ਗੁਰੂ ਨੇ ਸਰੀਰ ਥੋੜੀ ਦੇਖਿਆ। ਇਹ ਸਿੱਖਾਂ ਨੇ ਛੱਡ ਦਿੱਤੀ ਗੱਲ। ਇਹ ਗੱਲ ਭੁੱਲ ਗਏ। ਉਹਨਾਂ ਨੇ ਤਾਂ ਸੂਈ ਰੱਖੀ ਸੀ ਆਤਮਾ ਤੇ। पवित्र आत्मा है सिखी खातर समर्पित है या नहीं समर्पित। सिखा वास्ते समर्पित की लोड़ नहीं है, सिखी वास्ते समर्पित की लोड़ है। जेड़ा सिखा की गल करता है सिखा के बैनीफिट की गल करता है असल जो अपने बैनीफिट की गल करता सब फ्रॉड है, झूठ है। गल सिखा की हो रही है सिखी की छड्ती। जद के गल गुरुआ ने सिखी की की है सिखा की कदे गले नहीं की। गुरबाणी च सिखी की गल है ना कि सिखा की गल है। असी की शुरू की हुई है सिखा की गल शुरू करती सिखी की गल छड्ती। फर्क कुछ भी नहीं, फर्क बहुत है। जे सिखी है तो सिख है, जे सिखियो नहीं सिख का है। जे प्राणे है नहीं आदमी का है वो तो डेड बॉडी है। सिख दे प्राण सिखी है। जो सिखी है ना सिख दे प्राण ने। जे सिखी नहीं है सिख दी डेड बॉडी है। सिखी विहीन सिख होता ही नहीं। ਤੁਸੀਂ ਸਿੱਖੀ ਤੋਂ ਖਾਰਜ ਬੰਦੇ ਨੂੰ ਸਿੱਖੀ ਵਿਹੀਨ ਨੂੰ ਸਿੱਖ ਕਿਸ ਗਰਾਊਂਡ ਤੇ ਮੰਨਦੇ ਹੋ? ਇਹਦਾ ਨਾਮ ਹੀ ਸੰਪਰਦਾਇਕਤਾ ਹੈ। ਸਿੱਖ ਸਿੱਖ ਨਹੀਂ ਰਿਹਾ, ਸੰਪਰਦਾਈ ਹੋ ਗਿਆ। ਇੱਕ ਕੈਟਾਗਰੀ ਦੇ ਲੋਕਾਂ ਦੀ ਗੱਲ ਕਰਨ ਲੱਗ ਗਿਆ। ਕੈਟਾਗਰੀ ਬਣਾਤੀ ਉਹਦੀ ਸਿੱਖੀ ਨੂੰ। ਸਿੱਖੀ ਕੋਈ ਕੈਟਾਗਰੀ ਦਾ ਨਾਮ ਨਹੀਂ ਹੈ। ਸਿੱਖ ਕੋਈ ਕੌਮ ਦਾ ਨਾਮ ਨਹੀਂ ਹੈ। ਅਸੀਂ ਉਹਨੂੰ ਕੌਮ ਬਣਾ ਕੇ ਪੇਸ਼ ਕਰਦੇ ਹਾਂ ਤਾਂ ਕੌਮ ਰਹਿ ਗਈ, ਸਿੱਖੀ ਛੁੱਟ ਗਈ। ਸਿੱਖ ਇੱਕ ਪੜ੍ਹਾਈ ਹੈ, ਵਿਚਾਰਧਾਰਾ ਹੈ, ਉਹ ਛੱਡ ਦਿੱਤੀ। ਆ ਜੋ ਸੰਸਾਰ ਦੇ ਪਦਾਰਥ ਨੇ ਇਹਨਾਂ ਵਿੱਚ ਆਪਣੇ ਹਿੱਸੇ ਦੀ ਲੜਾਈ ਸ਼ੁਰੂ ਕਰ ਲਈ। ਸਿਆਸਤ ਕੀ ਹੈ? ਸਾਡੇ ਹੱਕ ਔਰ ਸਾਡਾ ਹਿੱਸਾ, ਮਾਇਆ ਦਾ। ਲੜਾਈ ਮਾਇਆ 'ਚ ਰਹਿ ਗਈ।
ਪਦਾਰਥਵਾਦ ਦੀ ਲੜਾਈ, ਸਿੱਖ ਦਾ ਪਦਾਰਥਵਾਦ ਦੀ ਲੜਾਈ ਤੇ ਹੀ ਬਾਹਰ ਹੈ। ਜਿਹੜਾ ਪਦਾਰਥਵਾਦ ਦੀ ਲੜਾਈ ਦੇ ਵਿੱਚ ਉਹ ਸਿੱਖ ਹੀ ਨਹੀਂ ਹੈ, ਜਿਹੜਾ ਮਾਇਆ ਦੀ ਦੌੜ 'ਚ ਉਹਦਾ ਸਿੱਖ ਹੀ ਨਹੀਂ ਹੈ। ਪਦਾਰਥਵਾਦ ਦੀ ਲੜਾਈ ਸ਼ੁਰੂ ਕਰਤੀ। ਜਸ ਅਦੇਖ ਤਸ ਰਾਖ ਵਿਚਾਰਾ, ਜੋ ਦੀਨਾ ਨਹੀਂ ਵਿਚਾਰ ਉਹ 'ਚ ਰੱਖਣੀ ਸੀ, ਜੋ ਦੀਦਾ ਬਿਨਸਨ ਹਰੈ ਜਫੀਆਂ ਉਹਨੂੰ ਪਾ ਲਈਆਂ ਤੇ ਸਿੱਖੀ ਦਾ ਨਾਸ ਹੋ ਗਿਆ। ਸਾਰੇ ਹੀ ਨਾਸ, ਆਪਣੇ ਵਿਨਾਸ਼ ਵੱਲ ਨੂੰ, ਨਰਕ। ਵਿਨਾਸ਼ ਦਾ ਮਤਲਬ ਹੈ ਨਰਕ। ਜਿਹੜਾ ਵਿਨਾਸ਼ ਹੈ, ਜਿਹਦਾ ਨਾਸ ਹੋਣਾ ਨਰਕ ਜਾਊਗਾ। ਜਿਹੜਾ ਨਾਸ ਤੋਂ ਬਚ ਗਿਆ ਉਹ ਨਿਜ ਘਰ ਜਾਊਗਾ। ਕਿ ਇਹ ਸਿੱਖਿਆ ਦਿੱਤੀ ਸੀ। ਜਾਣ ਬੁੱਝ ਕੇ ਬਲੈਕ ਮੇਲਿੰਗ ਕਰਕੇ, ਨਵੇਂ ਬਹਾਨੇ ਕੱਢ ਕੇ, ਛਾਤਰ ਦਿਮਾਗ ਆਦਮੀ ਦਾ ਕੰਮ ਹੈ। ਹੁਣ ਇਹ ਜੋ ਇੱਕ ਲਕੀਰ ਖਿੱਚਣ ਦੀ ਲੋੜ ਪੈ ਗਈ, ਜਿਹੜੇ ਰੌਲਾ ਵੀ ਪਾ ਰਹੇ ਨੇ ਛਾਤਰ ਉਹ ਵੀ ਨੇ। ਅਸਲ ਦੇ ਵਿੱਚ ਰੌਲਾ ਜ਼ਰੂਰ ਸਿੱਖੀ ਦਾ ਪਾਉਣਗੇ। ਗੱਲ ਜਿਵੇਂ ਸਪੋਕਸਮੈਨ ਪਾ ਰਿਹਾ, ਰੌਲਾ ਪਾ ਰਿਹਾ, ਪਿਓਰ ਸਿੱਖੀ ਦੀ ਉਹਨੂੰ ਵੀ ਨਹੀਂ ਫਿੱਟ ਆਉਣੀ, ਨਿਗਾਹ ਉਹਦੀ ਵੀ ਗੋਲਕ ਹੀ ਹੈ। ਸਿੱਖੀ ਦੇ ਪ੍ਰਚਾਰ ਖਾਤਰ ਇਹਦੀ ਲੋੜ ਹੁੰਦੀ ਹੈ। ਅਖਬਾਰ ਤਾਂ ਨਿਰਾ ਹੀ ਝੂਠ ਬੋਲਦੇ ਨੇ। ਅਖਬਾਰ ਔਰ ਝੂਠ, ਇਹਨਾਂ ਦਾ ਤਾਂ ਚੋੜੀ ਦਾਮਣ ਦਾ ਸਾਥ ਹੈ। ਝੂਠ ਦੇ ਬਿਨਾਂ ਪੇਪਰ ਕਿਵੇਂ ਹੋਊਗਾ, ਚੱਲੂਗਾ। ਕਿਸੇ ਦੀ ਫੇਵਰ ਕਰਨੀ ਹੈ ਅਸੀਂ, ਨਜਾਇਜ਼ ਵੀ ਕਰਨੀ ਹੈ, ਕਿਸੇ ਨੂੰ ਨਿੰਦਣਾ ਨਜਾਇਜ਼ ਹੀ ਨਿੰਦਣਾ ਹੈ। ਇਹ ਤਾਂ ਪੇਪਰ ਹੈ, ਇਹ ਤਾਂ ਅਖਬਾਰ ਹੈ, ਇਹ ਤਾਂ ਪਾਲਿਸੀ ਹੈ ਅਖਬਾਰਾਂ ਦੀ। ਸੱਚ ਦੇ ਅਖਬਾਰ ਨਹੀਂ ਨਿਕਲਦੇ ਹੁੰਦੇ, ਸੱਚ ਦੇ ਪੇਪਰ ਨਹੀਂ ਕਦੇ ਕੱਢੇ। ਭਗਤਾਂ ਨੇ ਕੀ ਕੀਤਾ, ਗੁਰੂਆਂ ਨੇ ਕੀ ਕੀਤਾ, ਧਾਰਮਿਕ ਬੰਦਿਆਂ ਨੇ ਕੀ ਕੀਤਾ, ਉਹ ਤੋਂ ਗਾਹਾਂ ਪਿਛਾਹਾਂ ਜੇ ਜਾਵਾਂਗੇ ਤਾਂ ਉਹਨਾਂ ਦਾ ਪੱਲਾ ਛੁੱਟ ਜੂਗਾ। ਸਾਥੇ ਨਾ ਉਹਨਾਂ ਤੋਂ ਗਾਹਾਂ ਜਾ ਸਕਦੇ ਆ, ਨਾ ਪਿਛਾਂ ਜਾ ਸਕਦੇ। ਪਿਛਾਂ ਨਹੀਂ, ਉਹਨਾਂ ਦੇ ਨਾਲ ਚੱਲਣਾ, ਪੈੜ 'ਚ ਪੈੜ ਧਰ ਕੇ, ਪੱਲਾ ਫੜ ਕੇ। ਗੁਰਬਾਣੀ ਦਾ ਪੱਲਾ ਜਿੱਥੇ ਛੁੱਟ ਗਿਆ ਉੱਥੇ ਹੀ ਗਏ। ਸਿੱਖੀ, ਜੇ ਤੁਸੀਂ ਸਿੱਖਾਂ ਦੀ ਗੱਲ ਕਰਨੀ ਹੈ, ਸਿੱਖਾਂ ਦੇ ਭਲੇ ਦੀ ਗੱਲ ਕਰਨੀ ਹੈ, ਤਾਂ ਇਹਨਾਂ ਨੂੰ ਸਿੱਖੀ ਦੀ ਗੱਲ ਪੜ੍ਹਾਓ, ਸਿੱਖੀ ਇਹਨਾਂ ਨੂੰ ਦੇ ਦਿਓ। ਜੀ ਤੋਂ ਇਹਨਾਂ ਦਾ ਜਨਮ, ਜਿਹੜਾ ਪਦਾਰਥ ਹੈ ਨਾ, ਜਨਮ ਜੂਏ ਹਾਰਦੇ ਨੇ, ਉਹ ਜੂਏ ਤੋਂ ਹਾਰਨ ਤੋਂ ਜਨਮ ਬਚ ਰਹੇ। ਜਨਮ ਜੂਏ ਹਾਰਿਆ ਨਾ, ਉਹ ਜਨਮ ਜੂਏ 'ਚ ਤੁਸੀਂ ਹਰਾ ਰਹੇ ਹੋ, ਬਚਾਉਣਾ ਚਾਹੀਦਾ। ਲੋੜ ਜਨਮ ਜੂਏ ਤੋਂ ਹਰ ਜਵੇ, ਬਚਾਉਣਾ ਚਾਹੀਦਾ। ਇਹ ਸਭ ਤੋਂ ਵੱਡੀ ਲੋੜ ਹੈ। ਇਹਦੀ ਲੋੜ ਦਾ ਸੰਬੰਧ ਹੈ ਜੀ ਨਾਲ, ਜਾਤ ਨਾਲ ਸੰਬੰਧ ਨਹੀਂ, ਇਹਦਾ ਸਰੀਰ ਨਾਲ ਸੰਬੰਧ ਨਹੀਂ। ਤੁਸੀਂ ਉਸ ਲੜਾਈ ਨੂੰ ਲੜ ਰਹੇ ਹੋ, ਬੈਨੀਫਿਟ ਦੀ ਉਹ ਲੜਾਈ ਹੈ ਅੱਜ, ਜਿਹਦਾ ਸੰਬੰਧ ਸਿਰਫ ਸਰੀਰ ਨਾਲ ਹੈ, ਆਤਮਾ ਨਾਲ ਕੋਈ ਸੰਬੰਧ ਨਹੀਂ। ਉਹਦਾ ਨਾਲ ਜਾਣ ਵਾਲੀ ਕੋਈ ਗੱਲ ਨਹੀਂ ਹੈ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਜਿਹੜੇ ਕਿਹਾ ਸੀ ਉਹ ਤਾਂ ਤੁਸੀਂ ਸ਼ੁਰੂ ਕਰ ਲਏ। ਇਹ ਤਾਂ ਅਵਰ ਕਾਜ ਹੈ ਸਾਰੇ, ਇਹ ਤਾਂ ਕੰਮੇ ਨਹੀਂ ਕਿਤੇ। ਸਿੱਖ ਦੇ ਤਾਂ ਕੰਮ ਦਾ ਹੀ ਨਹੀਂ ਹੈ। ਮੇਰੇ ਸਾਧ ਸੰਗਤ ਭਜ ਕੇਵਲ ਨਾਮ, ਇਹ ਛੱਡਤਾ। ਇਹ ਸਿੱਖਾਂ ਦੇ ਬੈਨੀਫਿਟ ਦੀ ਗੱਲ ਹੈ। ਸਿੱਖੀ ਨਾਲ, ਗੁਰੂ ਨਾਲ ਗੱਦਾਰੀ ਹੈ। ਜਿਹੜੇ ਸਿੱਖ ਨਹੀਂ ਹਨ, ਆਪਣੇ ਆਪ ਨੂੰ ਸਿੱਖ ਕਹਿੰਦੇ ਨੇ, ਸੋ ਕਾਰਨ ਸਿੱਖ ਨੇ, ਉਹ ਭਾਵੇਂ ਚੰਗਾ ਸਮਝਦੇ ਹੋਣ ਇਹਨੂੰ, ਕੋਈ ਸਿੱਖ ਹਣੇ ਨਹੀਂ, ਉਹ ਮੰਨਦੇ ਰਹਿਣ ਆਪਣੇ ਆਪ ਨੂੰ ਸਿੱਖ ਨੇ। ਉਹਨਾਂ ਦੇ ਮੰਨਣ ਨਾਲ ਕੀ ਹੋਊਗਾ? ਸਾਡੇ ਮੰਨਣ ਨਾਲ ਅਸੀਂ ਸਿੱਖਾਂ ਕੋਈ ਨਹੀਂ ਫਰਕ ਪੈਂਦਾ। ਫਰਕ ਬਹੁ ਜੇ ਤਿਸਨਾ ਦਾ ਨਾ ਬਈ ਬਾਤ ਨੂੰ ਪੁੱਛੇ ਕਿ ਜੇ ਦਰਗਾਹ ਜਨਾਨਾ ਕਬੂਲ ਹੋਈ ਸਾਡੀ ਸਿੱਖੀ, ਕਿਸੇ ਨੇ ਨਹੀਂ ਪੁੱਛਣੀ ਹੈ। ਮੇਰਾ ਵਟੇ ਨਹੀਂ ਸਿਆਣੀ ਕਿਸੇ ਨੇ। ਤੇ ਗੱਲ ਤਾਂ ਇਹ ਸੀ, ਇਹ ਸੱਚ ਤੋਂ ਛਾਤਰ ਬਣ ਕੇ, ਯਾਨੀ ਬੜੀ ਚਲਾਕੀ ਨਾਲ ਇਹ ਤੋਂ ਵੱਟ ਕੇ ਗਦੀ ਗੇੜੇ ਪਾਤਾ ਲੋਕਾਂ ਨੂੰ। ਕਿਉਂ ਪਾਤਾ? ਆਪਣੇ ਵਾਸਤੇ, ਆਪਣੀਆਂ ਕੁਰਸੀਆਂ ਵਾਸਤੇ, ਆਪਣੇ ਬੈਨੀਫਿਟ ਵਾਸਤੇ। ਹਾਂ, ਤੁਸੀਂ ਸਿੱਖੀ ਛੱਡ ਕੇ ਜਾਓ, ਸਿਆਸਤ ਖੇਡੋ,
ਪਰ ਸਿੱਖੀ ਦੇ ਥਾਂ ਤੇ ਰਹਿਣ ਦਿਓ। ਸਿੱਖੀ ਦਾ ਪ੍ਰਚਾਰ ਸਿੱਖੀ ਦੇ ਥਾਂ ਤੇ ਰਹਿਣ ਦਿਓ। ਸਿੱਖਾਂ ਦੇ ਬੈਨੀਫਿਟ ਦੀ ਗੱਲ ਕਿਉਂ ਕਰਦੇ ਹੋ? ਫਿਰ ਕੇਵਲ ਸਿੱਖਾਂ ਦੇ ਬੈਨੀਫਿਟ ਲੜ ਦੀ ਗੱਲ ਕਰਨ ਵਾਸਤੇ ਵੀ ਬਾਣੀ ਇਜਾਜ਼ਤ ਨਹੀਂ ਦਿੰਦੀ। ਕੇਵਲ ਸਿੱਖਾਂ ਦੀ ਗੱਲ ਜਿਹੜੀ ਹੈ ਬੈਨੀਫਿਟ ਦੀ ਗੱਲ ਲੜਾਈ ਅਸੀਂ ਲੜੀਏ, ਇਹ ਵੀ ਸਿੱਖੀ ਤੋਂ ਖਿਲਾਫ ਹੈ। ਸਾਨੂੰ ਤਾਂ ਸਾਰੇ ਇੱਕ ਨੇ, ਇੱਕ ਪਿਤਾ ਇੱਕ ਸਿੱਖਿਆ ਮੁਬਾਰਕ। ਦੁਨੀਆ ਦੇ ਸਾਰੇ ਧਰਮ ਲੜ ਸਕਦੇ ਨੇ, ਹੋਰ ਮੱਤਾਂ ਮਨਕੀਆਂ ਮੱਤਾਂ ਲੜ ਸਕਦੀਆਂ ਨੇ ਲੜਾਈ। ਬਤੌਰ ਸਿੱਖ ਅਸੀਂ ਇਹ ਲੜਾਈ ਵੀ ਨਹੀਂ ਲੜ ਸਕਦੇ। ਜਿੱਦਣ ਅਸੀਂ ਇਹ ਲੜਾਈ ਇਸ ਤਰੀਕੇ ਨਾਲ ਛੱਡਤੀ ਗੁਰਮਤਿ ਦੇ, ਸਾਰੇ ਮੱਤ ਇਹਦੇ ਵਿੱਚ ਸਿੱਖੀ 'ਚ ਸਮਾ ਜਾਣਗੇ। ਸਾਰੀਆਂ ਦੁਨੀਆ ਦੀਆਂ ਮੱਤਾਂ ਸਿੱਖੀ 'ਚ ਸਮਾ ਜਾਣਗੀਆਂ। ਸਾਰੇ ਇਹਨਾਂ ਕੋਲੋਂ ਸਲਾਹ ਮੰਗਿਆ ਕਰਨਗੇ ਵੀ ਅਸੀਂ ਕੀ ਕਰੀਏ। ਇਹ ਕਹਿਣਗੇ ਭਾਈ ਜਿਵੇਂ ਮਰਜ਼ੀ ਕਰੋ, ਅਸੀਂ ਤਾਂ ਨਹੀਂ ਰਾਜ ਕਰਨਾ, ਪਰ ਤੁਸੀਂ ਕਰੋ, ਸਾਰਿਆਂ ਨੂੰ ਇਕੱਠੇ ਲੈ ਕੇ ਚੱਲ ਕੇ ਕਰੋ। ਫਿਰ ਸਾਰੇ ਇਹਨਾਂ ਨੂੰ ਪੁੱਛਣਗੇ, ਜਿੰਨਾ ਚਿਰ ਰੌਲਾ ਪਾਉਣਗੇ ਨਾ ਇਹ ਸਾਨੂੰ ਪੁੱਛੋ। ਇਹਨਾਂ ਨੂੰ ਕਿਉਂ ਕੋਈ ਪੁੱਛੇ? ਪਾਗਲਾਂ ਨੂੰ, ਇਹ ਤਾਂ ਪਾਗਲ ਨੇ। ਜਿਹਨੇ ਆਪਣਾ ਗੁਰੂ ਛੱਡਤਾ, ਗੁਰਬਾਣੀ ਛੱਡਤੀ, ਰੌਲਾ ਇਹਨਾਂ ਪਾਉਂਦੇ ਨੇ। ਪਾਈਆ ਗਰਦ ਚਲੀ ਜਾਂਦੀ ਹੈ ਇਹਨਾਂ ਦੇ ਅੰਦਰ, ਬੋਲਦੇ ਹੁੰਦੇ ਜਾਂ ਕੀਰਤਨ ਦਰਬਾਰ ਹੁੰਦੇ ਨੇ। ਉਹ ਰੌਲਾ ਕਾਹਦੇ ਵਾਸਤੇ ਪਾਉਂਦੇ ਨੇ? ਰੌਲਾ ਕਰਦੇ ਕੀ ਨੇ? ਆਪਣੇ ਅੰਦਰ ਤੇ ਝਾਕ ਕੇ ਦੇਖਣਾ ਅਸੀਂ ਕਰਦੇ ਕੀ ਹਾਂ, ਗੁਰਬਾਣੀ ਕੀ ਕਹਿੰਦੀ ਹੈ। ਕਰਦੇ ਸਾਰੇ ਗੁਰਬਾਣੀ ਦੇ ਉਲਟ ਨੇ। ਕੀ ਪਬਲਿਕ ਨਹੀਂ ਜਾਣਦੀ? ਜਾਣਦੇ ਸਾਰੇ ਹੀ ਨੇ, ਪਰ ਉਹਨਾਂ ਨੂੰ ਇਸ ਤਰੀਕੇ ਨਾਲ ਗੁਰਬਾਣੀ ਨੂੰ ਅੱਗੇ ਲੈ ਕੇ ਨਾਲ ਬੋਲਣਾ ਨਹੀਂ ਆਉਂਦਾ। ਗੁਰਬਾਣੀ ਦੇ ਬੇਸ ਬਣਾ ਕੇ ਕਿਸੇ ਨੂੰ ਇਹਨਾਂ ਨੂੰ ਖੰਡਨ ਕਰਨਾ ਨਹੀਂ ਆਉਂਦਾ। ਜਿਵੇਂ ਮੁਸਲਮਾਨ ਨੂੰ ਗੁਰੂ ਨਾਨਕ ਨੇ ਮੁਸਲਮਾਨ ਦਾ ਧਰਮ ਲੈ ਕੇ ਸਮਝਾਇਆ ਨਾ। ਮੁਸਲਮਾਨ ਕਹਾਵਣ ਮੁਸ਼ਕਲ ਹੋਏ ਤਾਂ ਮੁਸਲਮਾਨ ਕਹਾਏ। ਉਹ ਮੁਸਲਮਾਨ ਮਤ ਤੋਂ ਖਿਲਾਫ ਨਹੀਂ ਹੈਗੇ। ਭਾਵੇਂ ਮੁਸਲਮਾਨ ਮਤ ਦੇ ਵਿੱਚ ਥੋੜਾ ਬਹੁਤਾ ਕਿਤੇ ਨੁਕਸ ਵੀ ਹੈ, ਪਰ ਉਨੀ ਵੀ ਭੜੂ ਮੰਨ ਕੇ ਤਾਂ ਦਿਖਾਓ। ਜੇ ਥੋੜੀ ਬਹੁਤੀ ਕਮੀ ਹੈ ਕੋਈ ਗੱਲ ਨਹੀਂ। ਉਹ BA ਕਰਕੇ ਬੱਚੇ ਹਟ ਜਾਂਦੇ ਨੇ ਪੜ੍ਹਦੇ, B.Ed ਕਰਕੇ ਚਲੋ ਪੜ੍ਹਾਉਣ ਲੱਗ ਜਾਂਦੇ ਨੇ। ਕੋਈ ਜ਼ਰੂਰੀ ਤਾਂ ਨਹੀਂ ਹੈ ਵੀ PhD ਉਹ ਕਰਨੀ ਹੈ। ਇੰਨੀ ਵੀ ਬਹੁਤ ਹੈ, ਜਿਹਨੇ ਇਹ ਕਰ ਲਈਗਾ PhD ਵੀ ਕਰ ਲੂਗਾ। ਕੁਝ ਕਰੋ ਤਾਂ ਸਹੀ। ਤੁਸੀਂ ਤਾਂ ਕੱਖ ਵੀ ਨਹੀਂ ਕਰਦੇ। ਤੁਸੀਂ ਰਿਜੈਕਟਡ ਕੀਤੀਆਂ ਹੋਈਆਂ ਮੱਤਾਂ ਦੀ ਨਕਲ ਕਰ ਰਹੇ ਹੋ। ਜੋ ਕੁਝ ਰਿਜੈਕਟ ਕੀਤਾ ਹੋਇਆ ਉਹ ਤੁਸੀਂ ਆਪ ਕਰ ਰਹੇ ਹੋ। ਤੇ ਤੁਹਾਨੂੰ ਸਿੱਖ ਕੋਈ ਕਿਉਂ ਮੰਨੇ? ਕਿਉਂ ਮੰਨੇ ਤੁਹਾਨੂੰ ਸਿੱਖ? ਦਰਗਾਹ 'ਚ ਤੁਹਾਡੇ ਤੇ ਮਾਰ ਨਾ ਪਵੇ, ਕਿਉਂ ਨਾ ਪਵੇ? ਕਿਉਂ ਨਾ ਮਾਰ ਪਵੇ? ਮਾਰ ਤਾਂ ਪਊਗੇ। ਪਰਮੇਸ਼ਰ ਤੇ ਭੁੱਲਿਆ ਸਭੇ ਰੋਗ, ਸਾਰੇ ਰੋਗ ਤੁਹਾਡੇ 'ਚ ਵਿਆਪੇ ਹੋਏ ਨੇ। ਕਿਉਂ ਵਿਆਪੇ ਹੋਏ ਨੇ? ਪਰਮੇਸ਼ਰ ਤੇ ਭੁੱਲਿਆ। ਅਸੀਂ ਇਹ ਕੰਮ ਨਹੀਂ ਸੀ ਕਰ ਸਕਦੇ, ਦੁਨੀਆ ਚਾਹੇ ਸਾਰੀ ਕਰਦੀ। ਦੁਨੀਆ ਸਾਰੀ ਕਰਦੀ ਇਹ ਸਿਆਸਤ। ਸਿੱਖ ਇਹ ਸਿਆਸਤ ਨਹੀਂ ਕਰ ਸਕਦਾ। ਜਿਹੜੇ ਸਿੱਖ ਨੇ ਸਿਆਸਤ ਤੋਂ ਕਾਰਨਰ ਤੇ ਬੈਠੇ ਨੇ। ਜਿਹੜੇ ਧਾਰਮਿਕ ਬੰਦੇ ਹੁੰਦੇ ਨੇ ਸਿਆਸਤ ਤੋਂ ਕਾਰਨਰ ਤੇ ਹੀ ਰਹਿੰਦੇ ਨੇ, ਕਿਸੇ ਵੀ ਧਰਮ ਦੇ ਹੋਣ। ਚਾਹੇ ਦੂਜੇ ਧਰਮਾਂ ਦੇ ਵੀ ਬੰਦੇ ਕਾਰਨਰ ਤੇ ਬੈਠੇ ਨੇ। ਉਹ ਇਹੋ ਜਿਹੀ ਸਿਆਸਤ ਵਿੱਚ ਨਹੀਂ ਵੜਦੇ ਜਿਹੜੀ ਅੱਜ ਹੈਗੀ ਹੈ। ਉਹ ਅੱਡ ਬੈਠੇ ਨੇ। ਚਾਹੇ ਉਹ ਧਰਮ ਇੰਨੇ ਵਧੀਆ ਨਹੀਂ ਹਨ, ਇੰਨੀ ਪੂਰੀ ਗੱਲ ਨਹੀਂ ਹੈ ਜਿਹੋ ਜਿਹੀ ਗੁਰਮਤਿ ਹੈ, ਫਿਰ ਵੀ ਉਹ ਇਹਨਾਂ ਨਾਲੋਂ ਚੰਗੇ ਨੇ। ਆਤਮ ਚਿੰਤਨ ਕਰਦੇ ਨੇ। ਪਬਲਿਕ ਨੂੰ ਸਾਰੀ ਨੂੰ ਇੱਕੋ ਜਿਹੀ ਮੰਨਦੇ ਨੇ। ਮੋਟੀ ਮੋਟੀ ਗੱਲ ਤਾਂ ਸਾਰੇ ਹੀ ਜਾਣਦੇ ਨੇ। ਇਤਿਹਾਸ ਸਭ ਤੋਂ ਖਤਰਨਾਕ ਚੀਜ਼ ਹੈ ਸੰਸਾਰ ਦੇ ਵਿੱਚ। ਔਰ ਸਿਆਸਤਦਾਨ ਇਤਿਹਾਸ ਤੇ ਪਹਿਰਾ ਦਿੰਦੇ ਹੁੰਦੇ ਨੇ, ਇਤਿਹਾਸ ਨੂੰ ਰੱਖਦੇ ਹੁੰਦੇ ਨੇ, ਇਤਿਹਾਸ ਦੀ ਰਾਖੀ ਕਰਦੇ ਨੇ, ਇਤਿਹਾਸ ਦਾ ਰਿਕਾਰਡ ਕਰਦੇ ਨੇ। ਇਤਿਹਾਸ ਗੜੇ ਮੁਰਦੇ ਉਖਾੜ ਕੇ ਦੁਬਾਰਾ ਜੰਗਾਂ ਕਰਾਉਂਦਾ ਰਹਿੰਦਾ। ਆਹ ਜਗ੍ਹਾ ਸਾਡੀ ਹੈ, ਆਹ ਦੇਸ਼ ਸਾਡਾ ਸੀ, ਉਹ ਕਹਿੰਦੇ ਨੇ ਸਾਡਾ ਸੀ, ਹੋ ਗਈ ਲੜਾਈ ਸ਼ੁਰੂ। ਇਤਿਹਾਸ ਲੜਾਈ ਦੀ ਜੜ ਹੈ। ਗੁਰਬਾਣੀ ਨੇ ਕੋਈ ਥਾਂ ਨਹੀਂ ਦਿੱਤੀ ਹੋਈ ਇਤਿਹਾਸ ਨੂੰ। ਗੁਰੂਆਂ ਨੇ ਆਪਣੀ ਹਾਜ਼ਰੀ 'ਚ ਕਦੇ ਬ੍ਰਹਮ ਗਿਆਨੀ ਨੇ ਇਤਿਹਾਸ ਨਹੀਂ ਲਿਖਿਆ, ਨਾ ਇਤਿਹਾਸ ਦੀ ਗੱਲ ਕੀਤੀ ਹੈ।
ਇਤਿਹਾਸ ਦੀ ਗੱਲ ਕੌਣ ਕਰਦਾ? ਸੰਸਾਰੀ ਆਦਮੀ ਕਰਦਾ, ਜਿਹਨੇ ਸੰਸਾਰ ਤੇ ਕਬਜ਼ਾ ਕਰਨਾ, ਜਿਹਨੇ ਸੰਸਾਰ ਦੇ ਪਦਾਰਥਾਂ ਤੇ ਕਬਜ਼ਾ ਕਰਨਾ, ਜਿਹਨੇ ਸੰਸਾਰ ਦੀ ਇੱਜ਼ਤ ਦੇ ਆਸਰੇ ਜੀਵਨ ਕੱਢਣਾ, ਜਿਹਨੂੰ ਸੰਸਾਰੀ ਇੱਜ਼ਤ ਦਾ ਨਸ਼ਾ ਹੈ ਉਹ ਕਰਦਾ। ਸੰਸਾਰੀ ਵਡਿਆਈ ਦੀ ਜਿਹਨੂੰ ਭੁੱਖ ਹੈ ਉਹ ਕਰਦਾ, ਕਰੇ। ਜਿਹਨੂੰ ਇਹ ਸਭ ਕੁਝ ਹੈ ਨਹੀਂ, ਉਹਨੇ ਸੰਸਾਰ ਤੇ ਯਾਰ ਸੰਸਾਰੀ ਇਤਿਹਾਸ ਤੇ ਲੈਣਾ ਕੀ ਹੈ? ਸੰਸਾਰੀ ਇਤਿਹਾਸ ਹੈ 84 ਲੱਖ ਜੂਨ ਭੁਗਤੀ ਹੈ, ਅਸੀਂ ਕੀ ਲੈਣਾ ਉਸ ਇਤਿਹਾਸ ਤੇ? ਗਾਹਾਂ ਨੂੰ ਹੁਣ ਗੱਲ ਕਰੋ। ਜਿੰਨੀ ਪੜ੍ਹਾਈ ਪੜ੍ਹ ਲਈ ਦੀ ਹੁੰਦੀ ਹੈ, ਗਾਹਾਂ ਦੀ ਪੜ੍ਹਾਈ ਦੀ ਗੱਲ ਕਰੀ ਦੀ ਹੁੰਦੀ ਹੈ। ਪਿੱਛੇ ਨੂੰ ਜਾ ਕੇ ਕੀ ਹੈ? ਪਿੱਛੇ ਨੂੰ ਦੇਖਾਂਗੇ ਦੁਸ਼ਮਣੀਆਂ ਵਧਣਗੀਆਂ, ਕੌਮਾਂ ਨੇ, ਉਹ ਬੰਦੇ ਚਲੇ ਗਏ, ਉਹਨਾਂ ਨੇ ਗਲਤੀਆਂ ਕੀਤੀਆਂ ਨੇ, ਗਾਹਾਂ ਵਾਲੇ ਭੁਗਤਣ। ਹੁਣ ਕੋਈ ਔਰੰਗਜ਼ੇਬ ਹੋਇਆ ਸੀ, ਉਹਤੇ ਕੁਝ ਗਲਤੀਆਂ ਕੀਤੀਆਂ, ਅੱਜ ਉਹਨਾਂ ਦੀ ਔਲਾਦ ਹੈ, ਖਬਰ ਹੈ ਸਾਡੇ ਹੀ ਬੰਦੇ ਉਹਦੇ ਘਰ ਜੰਮੇ ਹੋਏ ਨੇ। ਕੌਣ ਨੇ ਅੱਜ ਦੇ ਮੁਸਲਮਾਨ? ਕੀ ਪਤਾ ਸਿੱਖੇ ਸੀ ਮੁਸਲਮਾਨ ਹੋ ਗਏ, ਕੀ ਪਤਾ ਮੁਸਲਮਾਨਾਂ ਚੋਂ ਕਿੰਨੇ ਸਿੱਖ ਆ ਗਏ। ਤੁਸੀਂ ਪਿੱਛੇ ਨੂੰ ਲੈ ਕੇ ਹੁਣ ਵਾਲਿਆਂ ਨਾਲ ਜਿੱਦ ਪਾਈ ਫਿਰਦੇ ਹੋ, ਤੁਹਾਨੂੰ ਪਤਾ ਵੀ ਉਹੀ ਨਹੀਂ। ਗੱਲ ਆਤਮਾ ਦੀ ਕਰੋ ਤੁਸੀਂ, ਮਿੱਟੀ ਉਹ ਨਹੀਂ, ਆਤਮਾ ਉਹ ਨਹੀਂ। ਤੁਹਾਡੇ ਕੋਲ ਕੀ ਗਰਾਊਂਡ ਹੈ? ਮੁਸਲਮਾਨ ਉਹੀ ਨੇ, ਕੋਈ ਵੀ ਨਹੀਂ। ਇਹਨਾਂ ਨੂੰ ਕੀ ਲੱਗੇ ਇਸ ਗੱਲ ਤੇ? ਇਹਨਾਂ ਨੂੰ ਤਾਂ ਮੁਸਲਮਾਨ ਦਿੰਦੇ ਨੇ, ਉਹਨਾਂ ਨੂੰ ਹਿੰਦੂ ਦਿੰਦੇ ਨੇ, ਉਹਨਾਂ ਨੂੰ ਸਿੱਖ ਦਿੰਦੇ ਨੇ, ਸਿੱਖਾਂ ਨੂੰ ਹਿੰਦੂ ਦਿੰਦੇ ਨੇ, ਮੁਸਲਮਾਨ ਦਿੰਦੇ ਨੇ, ਇਹ ਦਿੰਦੇ ਨੇ, ਉਹ ਦਿੰਦੇ ਨੇ। ਹਾਂ, ਵਿਚਾਰਧਾਰਾ ਦੀ ਗੱਲ ਹੋ ਸਕਦੀ ਹੈ, ਵਿਚਾਰਧਾਰਾ ਦੀ ਲੜਾਈ ਹੋ ਸਕਦੀ ਹੈ। ਜਿਹਦੀ ਵਿਚਾਰਧਾਰਾ ਉਹ ਹੈ ਉਹ ਉਹੀ ਹੈ। ਗੱਲ ਤਾਂ ਵਿਚਾਰਧਾਰਾ ਦੀ ਹੈ। ਵਿਚਾਰਧਾਰਾ ਦੀ ਲੜਾਈ ਵੀ ਵਿਚਾਰਾਂ ਦੀ ਲੜਾਈ ਹੁੰਦੀ ਹੈ। ਵਿਚਾਰਧਾਰਾ ਦੀ ਲੜਾਈ ਵਿਚਾਰਾਂ ਦੀ ਲੜਾਈ ਹੁੰਦੀ, ਟੇਬਲ ਟਾਕ ਹੁੰਦੀ ਹੈ, ਕੋਈ ਸਹਿਮਤੀ ਹੁੰਦੀ ਹੈ। ਕਿਉਂ ਇੱਥੇ ਵਿਚਾਰਧਾਰਾ ਦੇ ਵਿੱਚ ਸਾਨੂੰ ਕਿ ਜੇ ਕੋਈ ਵਿਚਾਰਧਾਰਾ ਗਲਤ ਅਪਣਾ ਲੂਗਾ ਤਾਂ ਉਹਦਾ ਨੁਕਸਾਨ ਉਹਨੂੰ ਹੈ। ਜੇ ਨਾਨਕ ਦੀ ਗੱਲ ਕਿਸੇ ਨੇ ਨਹੀਂ ਮੰਨੀ ਤਾਂ ਨਾਨਕ ਨੂੰ ਤਾਂ ਕੋਈ ਘਾਟਾ ਨਹੀਂ ਪਿਆ। ਜੇ ਕਾਲਜ 'ਚ ਕੋਈ ਨਹੀਂ ਜਾ ਕੇ ਪੜ੍ਹਿਆ, ਫੇਲ ਹੋ ਗਿਆ, ਕਾਲਜ ਨੂੰ ਕੀ ਘਾਟਾ ਪੈ ਗਿਆ ਬਈ? ਜੇ ਕੋਈ ਟੌਪ ਕਰ ਗਿਆ ਯੂਨੀਵਰਸਿਟੀ ਕਾਲਜ 'ਚੋਂ, ਕਾਲਜ ਦਾ ਨੋ ਹੋ ਗਿਆ। ਜੇ ਬਹੁਤੇ ਜ਼ਿਆਦਾ ਫੇਲ ਹੋ ਗਏ, ਕਾਲਜ ਦੀ ਥੋੜ੍ਹੀ ਜਿਹੀ ਬਦਨਾਮੀ ਹੋ ਗਈ, ਇਹੀ ਹੋਊ ਨਾ। ਪਰ ਜਿਹੜੇ ਫੇਲ ਹੋ ਗਏ ਉਹਨਾਂ ਦਾ ਜੀਵਨ, ਆਪਣੇ ਜੀਵਨ ਦੀ ਗੱਲ ਕਰ। ਕਾਲਜ ਤਾਂ ਆਪਣਾ ਸੁਧਾਰ ਕਰ ਲੂਗਾ, ਟੀਚਰ ਬਦਲ ਲੂਗਾ, ਆਪਣੇ ਕੁਛ ਕਰ ਲੂਗਾ। ਉਹ ਲੋਕਾਂ ਦਾ ਜੀਵਨ ਕੀ ਹੈ? ਅੱਜ ਨਾਨਕ ਦੀ ਇੱਜ਼ਤ ਕੀ ਹੈ ਸੰਸਾਰ 'ਚ? ਉਹ ਲੋਕਾਂ ਨੇ ਜਿਨ੍ਹਾਂ ਨੇ ਗੱਲ ਨਹੀਂ ਮੰਨੀ, ਉਹਨਾਂ ਦੀ ਹਾਲਤ ਕੀ ਹੈ? ਬਸ ਸਮੇਂ ਨੇ ਦੇਣਾ ਨਾ, ਸਮੇਂ ਨਾਲ ਦੱਸਣੀ ਹੈ ਨਾ ਗੱਲ। ਕੂੜ ਨੇ ਖੋਟਾ ਹੋਣਾ, ਸਮੇਂ ਨਾਲ ਅਸੀਂ ਖੋਟਾ ਨਹੀਂ ਕਰਨਾ ਨਾ, ਸਾਨੂੰ ਲੋੜ ਹੈ ਖੋਟਾ ਕਰਨ ਦੀ। ਕੂੜ ਨੂੰ ਖੋਟਾ ਅਸੀਂ ਨਹੀਂ ਕਰਨਾ। ਅਸੀਂ ਕੁਝ ਆਦਮੀਆਂ ਨੂੰ ਅਲਰਟ ਕਰਨਾ ਵੀ ਇਹ ਕੂੜ ਹੈ, ਜਹਾਜ਼ ਤੇ ਨਾ ਚੜੋ। ਜਿਹੜੇ ਜਹਾਜ਼ ਦੇ ਡਰਾਈਵਰ ਨੇ, ਜਹਾਜ਼ ਜਿਨ੍ਹਾਂ ਨੇ ਬਣਾਇਆ, ਜਿਨ੍ਹਾਂ ਦਾ ਪੇਸ਼ਾ ਹੈ ਜਹਾਜ਼ ਰੱਖਣਾ, ਉਹਨਾਂ ਨੂੰ ਅਸੀਂ ਨਹੀਂ ਹਟਾਉਣਾ ਵੀ ਤੁਸੀਂ ਜ਼ਬਰਦਸਤੀ ਜਹਾਜ਼ ਛੱਡ ਦਿਓ, ਇਹ ਨਾ ਚੜਾਓ, ਨਾ ਡੋਬੋ ਕਹਾਂ ਲਿਜਾ ਕੇ। ਚੜ੍ਹਨ ਵਾਲਿਆਂ ਨੂੰ ਅਸੀਂ ਕਹਿ ਸਕਦੇ ਵੀ ਨਾ ਚੜੋ ਭਾਈ, ਤੁਹਾਨੂੰ ਨੁਕਸਾਨ। ਚੜ੍ਹਨ ਵਾਲਿਆਂ ਵਾਸਤੇ ਗਿਆਨ ਹੈ। ਮੰਨਣ ਨੂੰ ਮਨ ਕੋਈ ਲਵੇ, ਚਲਾਉਣ ਵਾਲਾ ਵੀ ਮੰਨ ਲਵੇ। ਚਾਹੇ ਕਬੀਰ ਬੇੜੇ ਚੜਿਆ ਹੋਇਆ ਹੈ, ਜਦ ਦੇਖਿਆ ਬੇੜਾ ਜਰਜਰਾ ਤਾਂ ਉਤਰ ਪੜੇ ਫਰਕ। ਕਹਿੰਦਾ ਮੈਂ ਤਾਂ ਫਟ ਛਾਲ ਮਾਰ ਕੇ ਪਰੇ ਗਿਆ, ਬੇੜੇ 'ਚੋਂ ਵੀ ਡੁੱਬਣਾ ਤਾਂ ਜਾ ਕੇ। ਬੇੜਾ ਨਵਾਂ ਬਣਾਇਆ ਕਬੀਰ ਨੇ, ਨਵਾਂ ਬੇੜਾ ਹੈ ਨਹੀਂ ਸੀ। ਬੇੜਾ ਲਿਖਿਆ ਹੋਇਆ ਸੀ ਇਹ ਜਾਂ ਐਂ ਬਣਾ ਲਓ, ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ। ਬੇੜਾ ਆਪਣੇ ਵਾਸਤੇ ਆਪੇ ਬੰਨਣਾ ਪੈਣਾ। ਬੇੜਾ ਕੀ ਬੰਨਣਾ? ਸਵਾਲ ਹੋਣੇ। ਕਿਸ਼ਤੀ ਨੂੰ ਵਿਚਾਲੇ ਚੀਰ ਦਈਏ ਜੇ ਚੱਲ ਪੋ, ਕਿਸ਼ਤੀ ਨੂੰ ਜੋੜ ਲਓ, ਬਣ ਗਈ ਨਾ ਕਿਸ਼ਤੀ, ਬੰਨਿਆ ਗਿਆ ਨਾ ਬੇੜਾ। ਮੈਂ ਚੇਤਰ ਮਨ ਅੱਡ ਅੱਡ ਹੋਏ ਨਾ, ਕਿਸ਼ਤੀ ਜੋੜਨੀ ਹੋਈ ਹੈ, ਬੇੜਾ ਬੰਨਿਆ ਗਿਆ, ਬੇੜਾ ਬੰਨਿਆ ਗਿਆ।
ਕਿਸੇ ਚੀਜ਼ ਨੂੰ ਕੜਾਹੇ ਨੂੰ ਵਿਚਾਲੇ ਚੀਰ ਦਈਏ, ਦੋ ਹਿੱਸੇ ਡੁੱਬ ਜਾਣਗੇ। ਜੇ ਉਹਨੂੰ ਜੋੜ ਕੇ ਬੈਡਲਿੰਗ ਕਰ ਦਈਏ, ਕੜਾਹਾ ਤਰਦਾ ਵਿੱਚ, ਦੋ ਆਦਮੀ ਵੀ ਚਲੇ ਜਾਣਗੇ ਬਹਿ ਕੇ। ਉਹ ਬੇੜਾ ਬੰਨਣ ਦਾ ਮਤਲਬ ਹੈ ਮਨ ਚਿੱਤ ਨੂੰ ਬੰਨਣਾ, ਦੋਹਾਂ ਨੂੰ ਗਿਆਨ ਕਾ ਬੰਦਾ ਬਣ ਰਹੇ। ਜਸ ਅਦੇਖ ਤਾਂ ਸਰਾਖ ਵਿਚਾਰਾ। ਜਸ ਅਦੇਖ ਤਾਂ ਸਰਾਖ ਵਿਚਾਰਾ। ਜਿਹੜਾ ਅਦੇਖ ਹੈ, ਚੇਤਰ ਮਨ ਦੋਏ ਅਦੇਖ ਨੇ। ਆਪਣੇ ਮਨ 'ਚ ਵਿਚਾਰ ਰੱਖੋ, ਮਨ ਵੱਲ ਧਿਆਨ ਰੱਖੋ। ਇਹ ਕੀ ਕਰਦਾ, ਕੀ ਸੋਚਦਾ, ਕਿਉਂ ਸੋਚਦਾ ਗਲਤ, ਗੁਰਬਾਣੀ ਤੋਂ ਉਲਟ ਕਿਉਂ ਸੋਚਦਾ, ਇਹਦੀ ਵਿਚਾਰ ਰੱਖੋ। ਦਸਵੇਂ ਦਵਾਰ ਕੁੰਚੀ ਜਬ ਦੀਜੈ। ਜਿਸ ਵਕਤ 10ਵੇਂ ਦੁਆਰ ਦੀ ਸਮਝ ਆਉਂਦੀ ਹੈ, ਕੁੰਜੀ ਕੀ ਦੇਣੀ ਹੈ, ਸਮਝ ਆਉਣੀ ਹੈ। ਉਹ ਜਿੰਨਾ ਚਿਰ ਜਿੰਦੇ ਦੀ ਉਹ ਦੀਦੀ, ਉਹ ਨਹੀਂ ਸੁਰਾਖ ਜਿੱਥੇ ਕੁੰਜੀ ਲੱਗਣੀ ਹੈ, ਕੁੰਜੀ ਲਈ ਫਰੀ ਜਾ। ਦੁਆਰ ਦੀ ਜਦ ਸਮਝ ਆਉਣੀ ਹੈ ਨਾ, ਸਮਝੇ ਕੁੰਜੀ ਹੈ, ਗਿਆਨ ਕੁੰਜੀ ਹੈ ਨਾ, ਗੁਰ ਕੁੰਜੀ। ਦੇਖੋ, ਪਾਹੂ ਨਿਵਲ, ਪੈਰਾਂ 'ਚ ਨਿਉਲ ਲੱਗਿਆ ਹੈ, ਗਿਆਨ ਦੀ ਕੁੰਜੀ ਹੈ। ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ। ਨਾਨਕ ਗੁਰ ਬਿਨ ਗਿਆਨ ਬਿਨ ਮਨ ਕਾ ਤਾਕ ਨਾ ਉਗੜੈ। ਮਨ ਦਾ ਜਿੰਦਾ ਨਹੀਂ ਖੁੱਲਦਾ। ਅਵਰ ਨਾ ਕੁੰਜੀ ਹੱਥ, ਕਿਸੇ ਦੇ ਹੱਥ ਨਹੀਂ ਕੁੰਜੀ, ਕੁੰਜੀ ਤੇਰੇ ਹੀ ਹੱਥ ਹੋਣੀ ਹੈ। ਤੈਂ ਕੁੰਜੀ ਪੈਦਾ ਕਰਨੀ ਹੈ। ਗੁਰਬਾਣੀ ਦੀ ਸਮਝ ਕੁੰਜੀ ਹੈ, ਗੁਰਬਾਣੀ ਦਾ ਗਿਆਨ ਹੈ, ਕੁੰਜੀ ਹੈ। ਇਹ ਜਿੰਦਾ ਆਪਣੇ ਪੈਰਾਂ ਦਾ ਆਪਣੇ ਹੱਥ ਨਾਲ ਖੁੱਲ੍ਹਣਾ। ਅੰਦਰ ਸਭ ਕੁਛ ਹੈ, ਜਿੰਦਾ ਖੋਲੋ, ਅੰਦਰ ਸਭ ਕੁਛ ਹੈ। ਜੇ ਹੁਣ ਜਿੰਦਾ ਨਹੀਂ ਖੁੱਲਦਾ, ਚਾਬੀ ਘਰ ਕਿਤੇ ਭੁੱਲਿਆ ਆ, ਤਾਂ ਗਾਹ ਖੜੇ ਨੇ, ਫਿਰ ਅੰਦਰ ਫਿਰ ਦਓਗੇ ਕੀ ਕੱਢ ਕੇ ਅਗਲੇ ਨੂੰ। ਸਭ ਕੁਛ ਹੈ ਅੰਦਰ, ਸਭ ਕੁਛ ਘਰ ਮੈਂ ਬਾਹਰ ਨਾ। ਦਸਵੇਂ ਦਵਾਰ ਕੁੰਚੀ ਜਬ ਦੀਜੈ। ਅਸਲ 'ਚ ਜਿਹੜਾ ਘਰ ਹੈ ਸਭ ਕੁਛ, ਉਹ ਸੱਚਖੰਡ ਹੀ ਹੈ। ਬਸ ਇੱਕ ਬਾਹਰਲੇ ਪਾਸੇ ਅਸੀਂ ਖੜੇ ਆ, ਆ ਕੰਧ ਹੈ, ਇੱਥੋਂ ਜਾਂ ਮੋਰੀ ਹੋ ਗਈ ਨਾ, ਸਾਡੇ ਵਾਲੀ ਖਿੜਕੀ ਖੁੱਲ੍ਹ ਗਈ, ਆ ਅੰਦਰ ਸਾਰਾ ਸਟਾਕ ਇੱਕੋ ਹੀ ਹੈ। ਪਰ ਤੁਹਾਨੂੰ ਉੱਥੋਂ ਮੋਰੀ ਮਿਲ ਗਈ ਇਸ ਵਸਤੂ ਲਿਆਉਣ ਨੂੰ, ਅੰਦਰੋਂ ਅੰਦਰ ਗਣਾਉਣ ਇੱਕੋ ਹੀ ਆ। ਤੁਹਾਡੇ ਵਾਲੀ ਖਿੜਕੀ ਉਹ ਬੰਦ ਹੈ ਜੀ, ਤੇ ਤੁਸੀਂ ਬਾਹਰ ਬੈਠੇ ਹੋ। ਖਿੜਕੀ ਖੁੱਲ ਗਈ, ਸਭ ਕੋ ਅੰਦਰੋਂ ਜਿੰਨਾ ਮਰਜ਼ੀ ਕੱਢ ਲਓ। ਤਉ ਦਿਆਲ ਕੋ ਦਰਸ਼ਨ ਕੀਜੈ। ਤਉ ਦਿਆਲ ਕੋ ਦਰਸ਼ਨ ਕੀਜੈ। ਜੈਸਾ ਤੋਂ ਖਿੜਕੀ ਖੁੱਲਦੀ ਹੈ, ਦਿਆਲ ਅੰਦਰ ਹੈ। ਦਿਆਲ ਅੰਦਰ ਹੈ, ਬਾਹਰ ਹੈ, ਵਿਚਾਲੇ ਭਰਮ ਦਾ ਪੜਦਾ ਹੈ। ਹੁਣ ਅੰਦਰ ਬਾਹਰ ਵਾਲਾ ਕੀ ਆ ਗਿਆ ਨਾ, ਗਾਹਾਂ ਅੰਦਰ ਬਾਹਰ ਵਾਲਾ ਕੀ ਆਊਗਾ। ਇਹ ਅੰਦਰ ਹੈ, ਉਹ ਬਾਹਰ ਹੈ, ਵਿਚਾਲੇ ਭਰਮ ਦਾ ਪੜਦਾ ਹੈ। ਬਸ ਉਹਨੂੰ ਬੱਜਰ ਕਪਾਟ ਕਿਹਾ, ਤੇ ਭਰਮ ਦੇ ਪੜਦੇ ਨੂੰ ਉਹੀ ਬੱਜਰ ਕਪਾਟ ਹੈ। ਤਉ ਦਿਆਲ ਕੋ, ਜਦ ਭਰਮ ਹਟਦਾ ਵਿੱਚੋਂ, ਭਰਮ ਕਾਹਦੇ ਨਾਲ ਹਟਦਾ, ਗਿਆਨ ਨਾਲ। ਜਿੱਥੇ ਹਨੇਰਾ ਤੇ ਰੋਸ਼ਨੀ ਹੋਣ ਦੀ ਗੱਲ ਹੈ, ਭਰਮ ਹੋਰ ਕੀ ਹੈ। ਬਸ ਤਉ ਦਿਆਲ ਕੋ ਦਰਸ਼ਨ ਕੀਜੈ। ਉਹਦਾ ਦਿਆਲ ਹੈ, ਉਹਦਾ ਦਰਸ਼ਨ ਉਹਦਾ ਹੋ ਜਾਂਦਾ ਹੈ। ਉਹਦੇ ਨਾਲ ਇੱਕ ਆਪੇ ਦਿਆਲ ਹੋ ਜਾਂਦਾ ਹੈ। ਦਿਆਲ ਕੋ ਦਰਸ਼ਨ ਕੀਜੈ, ਇਹਦਾ ਜਿਹਾ ਸੁਭਾਅ ਬਦਲਦਾ ਹੈ ਨਾ, ਅਸਲ ਦੇ ਵਿੱਚ ਕੁਛ ਵੀ ਨਹੀਂ। ਇਹ ਗੁਣ ਜਿਹੜੇ ਦਿਆਲ ਕਿਰਪਾਲ ਵਾਲੇ ਗੁਣ ਨੇ, ਇਹ 'ਚ ਪੈਦਾ ਹੋਣੇ ਨੇ। ਸੋਈ ਮੁੜ ਕੇ ਤੂੰ ਪਿਆ ਕਿਵੇਂ, ਉਹ ਗੁਣ ਉਹ ਆ ਗਏ, ਔਰ ਪਿਆ ਕਿਵੇਂ। ਉਹ ਗੁਣ ਗਲ ਗਏ ਸੀਗੇ। ਗਲੇ ਚਾਹੇ ਕਿੱਡਾ ਹੀ ਕੋਈ ਫਲ ਹੋਵੇ, ਗਲੇ 'ਚੋਂ ਬਦਬੂ ਆਉਣ ਲੱਗ ਜਾਂਦੀ ਹੈ। ਉਹ ਠੀਕ ਹੋ ਜਾਵੇ, ਬਦਬੂ ਆਉਣ ਲੱਗ ਜਾਂਦੀ ਹੈ। ਉਹ ਪਿਆ ਦਾ ਮਤਲਬ ਇਹ ਆਪੇ ਪਿਆ, ਹੋਰ ਕੁਝ ਨਹੀਂ ਹੈਗਾ। ਹੋ ਗਿਆ। ਆਹੋ, ਉਹ ਇੱਕ ਅੱਧੇ ਸਰੀਰ ਨੂੰ ਲਕਵਾ ਮਾਰ ਗਿਆ ਸੀ, ਉਹ ਸਰੀਰ ਚੱਲ ਪਿਆ, ਹੋ ਜਾਈ ਹੋ ਗਿਆ। ਬਿਮਾਰੇ ਹੋਇਆ ਸੀ, ਠੀਕ ਹੋ ਗਿਆ। ਤਉ ਦਿਆਲ ਕੋ ਦਰਸ਼ਨ ਕੀਜੈ। ਤਉ ਦਿਆਲ ਕੋ ਦਰਸ਼ਨ ਕੀਜੈ। ਜਿਹੜਾ ਹੈ ਸੰਸਾਰ ਰੋਗੀ, ਨਾਮਦਾਰੂ, ਉਹ ਬਿਮਾਰ ਹੋਇਆ ਹੋਇਆ ਹੀ ਸੀਗਾ, ਅਲੱਗ ਹੋਇਆ ਹੋਇਆ, ਹੋਰ ਕੀ ਸੀ। ਅੱਧਾ ਸਰੀਰ ਨਾਲ ਸੀ, ਆਹ ਵੀ ਨਾਲ ਸੀ, ਆਹ ਚੱਲਦਾ ਸੀ, ਆਹ ਖੜਾ ਸੀ। ਹਾਰਟ ਕੋਈ ਹੈ ਦੋਹਾਂ ਦਾ, ਕਿਉਂਕਿ ਇੱਧਰ ਨੂੰ ਕੀ ਹੋਇਆ ਸੀ, ਦੋਹਾਂ ਦਾ ਦਿਲ ਇੱਕ ਹੈ। ਇੱਧਰ ਚੱਲਦਾ ਨਹੀਂ, ਇੱਧਰ ਚੱਲਦਾ ਹੈ। ਉਸ ਭਰਮ ਦਾ ਵਿੱਚੋਂ ਸੀਗਾ, ਬੁੱਝਾ ਉਹ ਨਿਕਲ ਗਿਆ, ਆ ਵੀ ਚੱਲ ਪਿਆ। ਧੱਦਾ
ਅਰਧ ਉਰਦ ਨਵੇਰਾ। ਤੱਦਾ ਅਰਧ ਹੈ, ਉਰਦ ਨਬੇੜਾ। ਅਰਧ ਉਰਦ, ਉਰਦ ਹੁੰਦਾ ਹੈ ਜਿਹੜਾ ਪੁੱਠਾ ਹੋ ਜਵੇ, ਅਰਧ ਹੁੰਦਾ ਅੱਧਾ। ਜਿਹੜਾ ਬ੍ਰਹਮਾ ਹੈ ਉਹ ਤਾਂ ਉਰਦ ਹੈ। ਉਰਦ ਇਸ ਕਰਕੇ ਉਹਨੂੰ ਕਿਹਾ ਹੈ ਤਾਂ ਉਹ ਵੀ ਅਰਧ, ਅੱਧਾ ਹੀ ਹੈ। ਉਰਦ ਤਾਂ ਹੋ ਗਿਆ ਉਹਦਾ ਮੂੰਹ ਮਾਇਆ ਵੱਲ ਨੂੰ ਹੋ ਗਿਆ, ਉਹਨੇ ਮੂੰਹ ਦੂਏ ਪਾਸੇ ਨੂੰ ਕਰ ਲਿਆ ਨਾ, ਪਿੱਠ ਕਰ ਲਈ ਉਧਰ ਨੂੰ, ਮੂੰਹ ਕਰ ਲਿਆ ਮਾਇਆ ਵੱਲ। ਹੁਣ ਜਿਹੜਾ ਬ੍ਰਹਮ ਹੈ, ਬ੍ਰਹਮ ਉਹ ਅਰਧ ਰਹਿ ਗਿਆ। ਇਹ ਜਿਹੜਾ ਉਰਦ ਹੈ ਪੁੱਠਾ ਹੋਇਆ ਹੈ ਮਾਇਆ ਵਾਲਾ, ਇਹਦਾ ਨਵੇੜਾ ਜਾ ਕੇ ਅਰਧ ਵਿੱਚ ਹੋਣਾ, ਇਹਦੇ ਆਪਣੇ ਮੂਲ 'ਚ ਹੋਣਾ, ਅਰਧ 'ਚ ਹੋਣਾ। ਬ੍ਰਹਮਲੀਨ ਜਿਹੜਾ ਕਹਿੰਦੇ ਨੇ, ਹੁਣ ਸਮਝ ਲੱਗ ਗਈ ਨਾ, ਬ੍ਰਹਮਲੀਨ ਬ੍ਰਹਮ ਆਦੇ ਹੁੰਦਾ। ਜਦ ਉਰਦ ਹੈ ਮਾਇਆ ਤਾਂ ਉਲਟ, ਇਹ ਮਨ ਉਲਟ ਸਨਾਤਨ। ਜਦ ਮਨ ਅਰਧ ਹੋ ਗਿਆ ਨਾ ਉਰਦ ਹੋ ਗਿਆ, ਉਰਦ ਉਲਟ ਗਿਆ, ਤਾਂ ਇਹ ਮਾਇਆ 'ਚ ਲਿਪਤ ਹੋ ਗਿਆ, ਸਨਾਤਨ ਹੋ ਗਿਆ। ਸਨਾਤਨ ਸ਼ਬਦ ਵੀ ਘੜਿਆ ਹੋਇਆ ਬ੍ਰਹਮ ਗਿਆਨੀਆਂ ਦਾ। ਸਨਾਤਨ, ਹਾਂ, ਜਿਵੇਂ ਜਿਹੜਾ ਨਾ ਹਿੰਦੂ ਸ਼ਬਦ ਹੈ, ਕਿਹਦਾ ਘੜਿਆ ਹੋਇਆ? ਚਾਹੇ ਹੁਣ ਕਹਿੰਦੇ ਨੇ ਗਰਭ ਸੇ ਕਹੋ ਹਿੰਦੂ ਹੈ, ਪਰ ਘੜਿਆ ਕਿਹਦਾ ਹੋਇਆ? ਘੜਿਆ ਉਹਨਾਂ ਦਾ ਹੋਇਆ ਜਿਹਨਾਂ ਨੂੰ ਪਤਾ ਸੀ ਵੀ ਹਿੰਦੂ ਨੇ। ਸਨਾਤਨ ਸ਼ਬਦ ਦੇ ਨੈਗੇਟਿਵ ਅਰਥ ਨੇ। ਸਨਾਤਨ ਹੈ लिप्त है जो माया च, सना हुआ है तन जिसका, सना तन। सना मेहदी नूं भी कहते हैं, जिन्हों माया का लेप लग गया ना, लेप, वो सनातन है। सनातन ताही तो मूर्ति पूजा करते हैं माया का लेप करके। सनातन कहते हैं साडी पुरानी मत है, फिर भी अगल थोड़ी सी पुरानी कह लिया, ਇਹਦਾ ਮਤਲਬ ਝੂਠੀ ਮੱਤ ਹੈ ਕਿ ਸੱਚ ਤਾਂ ਪੁਰਾਣਾ ਹੁੰਦਾ ਨਹੀਂ ਭਾਈ। ਜੇ ਮੱਤ ਪੁਰਾਣੀ ਹੁੰਦੀ ਹੈ ਤਾਂ ਹੀ ਤਾਂ ਬੇੜਾ ਜਰਜਰਾ ਕਹਿੰਦਾ। ਅਕਲ ਇੰਨੀ ਸੀ ਫਿਰ ਵੀ ਚਰਾਣੀ ਦੀ ਬਜਾਏ ਪੁਰਾਣੀ ਕਹਿ ਰਿਹਾ, ਅਕਲ ਇਹ ਹੈ ਨਹੀਂ। ਜਿਹੜਾ ਬੇਅਕਲ ਆਦਮੀ ਭਾਸ਼ਾ ਬਣਾਉਂਦਾ ਹੈ ਵਿਦਵਾਨ, ਉਹਦੇ ਭਾਸ਼ਾ ਵੀ ਗਲਤ ਬਣ ਜਾਂਦੀ ਹੈ। ਉਹਦੀ ਦੌੜ ਉੱਥੇ ਤੱਕ ਹੁੰਦੀ ਹੈ ਨਾ, ਜਾਂਦੇ ਜਾਂਦਾ ਕਾਟੋ ਕਿੱਥੇ ਚੜ੍ਹ ਜੂਗੀ, ਕਹਿੰਦਾ ਗੁਹਾਰੇ ਤੇ ਚੜ੍ਹ ਜੂ, ਹੋਰ ਕਿੱਥੇ ਚੜ੍ਹ ਜੂ। ਕਾਟੋ ਜੇ ਭੱਜੂਗੀ, ਉਹ ਪਾਥੀਆਂ ਦੇ ਗੁਹਾਰੇ ਹੁੰਦੇ ਸੀ ਨਾ ਅੱਗੇ, ਗੁਹਾਰੇ ਲੱਗੇ ਹੋਏ, ਕਹਿੰਦਾ ਕੱਟੋ ਗਈ ਦੌੜ ਬਟੌੜੇ ਲਾਓ, ਉਧਰ ਯੂਪੀ 'ਚ ਕਹਿੰਦਾ। ਕਾਟੋ ਜੇ ਚੜ੍ਹ ਜੂ ਜਾਂਦੇ ਜਿਆਦਾ ਗੁਹਾਰੇ ਤੇ ਚੜ੍ਹ ਜੂ। ਇਹ ਜੇ ਸਾਡੀ ਸੁਰਤ ਚੜ੍ਹ ਜਾਂਦੇ ਜਿਆਦਾ ਇੱਥੇ ਚੜ੍ਹ ਜੂ, ਹੋਰ ਕਿੱਥੇ ਚੜ੍ਹ ਜੂ, ਹੋਰ ਇਹਨੇ ਕਿੱਥੇ ਜਾਣਾ? ਇਹਨੇ ਕਿਤੇ ਨਹੀਂ ਜਾਣਾ, ਇੱਥੋਂ ਗਾਹ ਨਹੀਂ ਜਾਂਦੀ ਇਹ, ਬਸ ਇੱਥੇ ਤੱਕੇ ਜਾਂਦੀ ਹੈ। ਉਹ ਉੱਪਰ ਹੈ ਹੀ ਨਹੀਂ। ਇਹ ਮੱਛੀ ਖਜੂਰ ਤੇ ਜਾ ਚੜ੍ਹਦੀ ਹੈ ਪੁੱਠੀ, ਜਲ ਕੀ ਮਛਲੀ ਚੜ੍ਹ ਖਜੂਰ। ਅਰਧ ਉਰਦ ਮੰਝ ਬਸੇਰਾ। ਅਰਧ ਉਰਦ ਮੰਝ ਬਸੇਰਾ, ਜਿਹੜੀ ਪੁਰਾਣੀ ਮੱਤ ਹੈ, ਸਨਾਤਨ ਮੱਤ ਹੈ। ਸਨਾਤਨ ਮਾਇਆ ਧਾਰੀਆਂ ਦੀ ਮੱਤ ਨੂੰ ਕਹਿੰਦੇ ਨੇ, ਜਿਹੜੀ ਮਾਇਆ 'ਚ ਲਿਪਤ ਹੈ। ਜਦ ਉਰਦ ਹੋ ਗਿਆ, ਇਹ ਮਾਇਆ 'ਚ ਲਿਪਤ ਹੋ ਗਿਆ। ਜਦ ਉਰਦ ਤੋਂ ਫੇਰ ਪੁੱਠਾ ਹੁੰਦਾ ਮਨ, ਤਾਂ ਅਰਧ ਵਿੱਚ ਜਾ ਕੇ ਸਮਾ ਜਾਂਦਾ, ਆਪਣੇ ਮੂਲ 'ਚ ਸਮਾ ਜਾਂਦਾ। ਮਤਲਬ ਹੁਣ ਬਾਹਰਮੁਖੀ ਹੈ ਨਾ, ਉਰਦ ਦਾ ਮਤਲਬ ਹੈ ਬਾਹਰਮੁਖੀ ਹੈ। ਬਾਹਰਮੁਖੀ ਤੋਂ ਜਾਂ ਅੰਤਰਮੁਖੀ ਹੋਣਾ ਇਹਨੇ, ਫੇਰ ਉੱਥੇ ਸਮਾ ਜਾਣਾ। ਇਹ ਮਨ ਸਨਾਤਨ ਹੋਗਾ। ਹਾਂ, ਇਹ ਮਨ ਜਦ ਉਲਟਿਆ ਫਿਰ ਸਨਾਤਨ ਹੋ ਗਿਆ। ਪਹਿਲਾਂ ਉਲਟਿਆ ਹੋਇਆ ਨਹੀਂ ਸੀ, ਉਲਟ ਕੇ ਸਨਾਤਨ ਹੋਇਆ। ਹਾਂ, ਉਲਟ ਕੇ ਸਨਾਤਨ ਹੋਇਆ, ਉਲਟ ਕੇ ਮਾਇਆ 'ਚ ਜੁੜਿਆ, ਉਲਟਣਾ ਪਿਆ। ਬਾਹਰ ਮਾਇਆ ਸੀ ਨਾ, ਮਾਇਆ 'ਚ ਜੁੜਨ ਵਾਸਤੇ, ਮਾਇਆ ਦਾ ਸਰੀਰ ਧਾਰਨ ਕਰਨ ਵਾਸਤੇ ਇਹਨੂੰ ਉਲਟਣਾ ਪਿਆ, ਮਾਇਆ ਨਾਲ ਜੁੜਨ ਵਾਸਤੇ, ਮਾਇਆ ਨੂੰ ਦੇਖਣ ਵਾਸਤੇ ਧਿਆਨ ਮਾਇਆ 'ਚ ਲਿਜਾਣਾ ਪਿਆ। ਮਾਇਆ 'ਚੋਂ ਕੁਝ ਸਮਝਣ ਵਾਸਤੇ ਮਾਇਆ ਦੇ ਅੱਖਾਂ ਤੇ ਬਾਹਰ ਕੁਝ ਦੇਖਣਾ ਪਿਆ, ਸਮਝਣ ਵਾਸਤੇ ਕੰਨਾਂ ਤੇ ਬਾਹਰੋਂ ਕੁਝ ਸੁਣਨਾ ਪਿਆ। ਬਾਹਰ ਹੋ ਗਿਆ ਨਾ। ਹਾਂਜੀ, ਅਰਧੇ ਛਾੜ ਉਰਦ ਜੋ ਆਵਾ। ਅਰਧੇ ਛਾੜ ਉਰਦ ਜੋ ਆਵਾ। ਉਰਦ ਜੋ ਆਵਾ। ਜਦ ਉਰਦ ਅਰਧ ਨੂੰ ਛੱਡ ਦਿੰਦਾ,
ਇਹ ਸਰੀਰ ਨੂੰ ਛੱਡ ਦਿੰਦਾ ਹੈ। ਤੋ ਹੁਣ ਅਰਧ ਇਹਦਾ ਸਰੀਰ ਅਰਧ ਹੈ, ਤੋ ਅਰਧ ਉਰਦ ਮਿਲਿਆ ਸੁਖ ਹੁਣ ਪਾਵਾ। ਅਰਧ ਇਹਦਾ ਸਰੀਰ ਹੈ। ਇਸ ਵਕਤ ਅੱਧਾ ਸਰੀਰ ਹੈ, ਅੱਧੀ ਜੋਤ ਹੈ, ਤਾਂ ਇੱਕ ਹੈ। ਗਿਣਤੀ ਇੱਕ ਚ ਹੈ ਦੀ, ਜਿਉਦੇ ਦੀ ਗਿਣਤੀ ਇੱਕ ਚ ਹੈ। ਤੇ ਅੱਧੀ ਜੋਤ ਹੈ, ਅੱਧਾ ਪਾਰਟ ਜੋਤ ਦਾ ਹੈ, ਅੱਧਾ ਪਾਰਟ ਸਰੀਰ ਦਾ। ਸਰੀਰ ਤੇ ਬਿਨਾਂ ਜੋਤ ਅਧੂਰੀ ਹੈ, ਜੋਤ ਤੇ ਬਿਨਾਂ ਸਰੀਰ ਅਧੂਰਾ ਹੈ। ਜਿਹੜਾ ਅਰਧ ਹੈ, ਜਿਸ ਵਕਤ ਦੁਬਾਰਾ ਅਰਧ ਹੋ ਕੇ ਆਉਂਦਾ ਨਾ, ਆਪਣੇ ਮੂਲ ਨਾਲ ਮਿਲਦਾ ਹੈ, ਤਾਂ ਇਹਨੂੰ ਸੁੱਖ ਮਿਲਦਾ ਹੈ, ਵਰਨਾ ਬਾਹਰ ਸੁੱਖ ਨਹੀਂ ਮਿਲਦਾ। ਤੋ ਅਰਧ ਮਿਲਿਆ ਸੁਖ ਪਾਵਾ। ਅਰਧੇ ਉਰਧ ਮਿਲਿਆ ਸੁਖ ਪਾਵਾ। ਪਿਛਲੇ ਅਰਧ ਨਾਲ ਉਰਧ ਜਦ ਮਿਲ ਜਾਂਦਾ ਹੈ, ਮਾਇਆ ਨਾਲ ਜੁੜ ਕੇ ਸੁਖ ਨਹੀਂ ਹੈ। ਜਿੱਥੋਂ ਇਹ ਪੁੱਠਾ ਹੋਇਆ ਨਾ, ਇੱਥੋਂ ਫੇਰ ਪੁੱਠਾ ਹੋਣਾ ਹੈ। ਪੁੱਠਾ ਕਦ ਹੋਊਗਾ? ਪੁੱਠਾ ਕਦ ਹੋਊਗਾ? ਪੁੱਠਾ ਜਦ ਹੋਊਗਾ ਜਦ ਇਹਨੂੰ ਮਾਇਆ ਦੀ ਤ੍ਰਿਸ਼ਨਾ ਭੁੱਖ ਨਹੀਂ ਰਹੂਗੀ। ਮਾਇਆ ਦੀ ਤ੍ਰਿਸ਼ਨਾ ਭੁੱਖ ਜਦ ਇਹਦੀ ਉਤਰ ਜੂ, ਜਦੋਂ ਬਣ ਤੇ ਕੋਈ ਫਲ ਪੱਕ ਜਾਂਦਾ ਹੈ, ਤਾਂ ਉਹਨੂੰ ਬਣ ਉਹ ਦਰਖਤ ਚੋਂ ਕਿਸੇ ਰਸ ਦੀ ਇੱਛਾ ਨਹੀਂ ਰਹਿੰਦੀ, ਤਾਂ ਪੱਕਦਾ, ਉਹਦੀ ਭੁੱਖ ਪੂਰੀ ਹੋ ਜਾਂਦੀ, ਫਿਰ ਉਹ ਆਪੇ ਹੀ ਛੱਡ ਦਿੰਦਾ। ਇਸ ਤਰੀਕੇ ਨਾਲ ਜਦੋਂ ਧਿਆਨ ਮਾਇਆ ਚੋਂ ਜਾ ਕੇ ਅੰਦਰ ਜਾਂਦਾ ਹੈ ਨਾ, ਸਮਝ ਕੇ, ਫਿਰ ਅਰਧੇ ਉਰਧ ਮਿਲਿਆ, ਫਿਰ ਸੁੱਖ ਹੁੰਦਾ। ਜੋਗੀ ਜ਼ਬਰਦਸਤੀ ਧਿਆਨ ਕੱਚਾ ਤੋੜਦੇ ਨੇ ਬਿਨਾਂ ਗਿਆਨ ਤੇ, ਜਾਂ ਫਿਰ ਧਿਆਨ ਬਾਹਰ ਲਾਉਂਦੇ ਨੇ, ਬਾਹਰ ਹੈ ਕੁਛ ਨਹੀਂ। ਦੋਏ ਪਾਸੇ ਉਹਨਾਂ ਦੇ ਗਲਤ ਨੇ। ਉਹਨਾਂ ਨੂੰ ਅਸਲ 'ਚ ਆ ਸਾਰਾ ਜੋਤ ਦਾ ਦਰਸ਼ਨ ਹੋਇਆ ਹੀ ਨਹੀਂ, ਜੋਤ ਦੀ ਸਮਝ ਆਈ ਉਹ ਨਹੀਂ। ਜਿੰਨਾ ਚਿਰ ਜੋਤ ਦੀ ਸਮਝ ਨਹੀਂ ਆਉਂਦੀ, ਉਹਨਾਂ ਚਿਰ ਜੋਤ ਨੂੰ ਇੱਕ ਕਰਨਾ, ਜੋਤ ਨੂੰ ਇੱਥੋਂ ਉਧਰ ਪੱਟ ਕੇ ਜੋਤ ਨੂੰ ਉਧਰ ਲੈ ਜਾਣਾ, ਇੱਧਰੋਂ ਪੱਟਣਾ, ਮਾਇਆ ਚੋਂ ਪੱਟਣਾ, ਉਧਰ ਲਾਉਣਾ, ਤ੍ਰਿਕੁਟੀ ਚੋਂ ਪੱਟਣਾ, ਥੱਲੇ ਲਾਉਣਾ। ਇਹ ਗੱਲ ਉਹਨਾਂ ਚਿਰ ਨਹੀਂ ਸਮਝ ਆਉਂਦੀ ਜਿੰਨਾ ਚਿਰ ਇਹਦੀ ਸਾਨੂੰ ਮਨ ਸਾਡੀ ਪਕੜ 'ਚ ਨਹੀਂ ਆ ਜਾਂਦਾ। ਜਦ ਮਨ ਪਕੜ 'ਚ ਆ ਜਾਂਦਾ, ਫਿਰ ਪੱਟਿਆ ਜਾ ਸਕਦਾ। ਮਨ ਨਹੀਂ ਪਕੜ 'ਚ ਆਇਆ ਹੋਇਆ, ਪੱਟੀਏ ਕਿਉਂ? ਔਰ ਫਿਰ ਮਨ ਪੱਟ ਹੋਣ ਨੂੰ ਮੰਨ ਲਵੇ, ਇਹ ਵੀ ਗੱਲ ਹੈ। ਪਹਿਲੇ ਸਮਝ ਆਵੇ ਫਿਰ ਮੰਨੇ, ਜੇ ਮੰਨੇ ਨਾ ਫਿਰ ਵੀ ਨਹੀਂ ਪੱਟ।